नहीं किसी नाल लड़िया नहीं किसी नाल बोलिया। तिन्ना बच्चियां तो मेरा बेटा होया सी। मैं बड़ा लाडला रखिया सी। असीं दोवें मां पुत काम ते मिल च लगे रहे। साडे नाल ना लड़िया ना बोलिया। साडे नाल उहने कोई गल नहीं कीती। बहाना दे नाल लैके मैं काम ते इहनूं लवाउणा। मैं पैसे लिआंदे सन कढा के किश्तां ते 3.5 लाख रुपया। असीं घर कोल नहीं सी। मेरे बच्चे नूं उंगल लाई सू ते मैं फोन कीता ते फलाणे थां ते पैसे पए ने ते लै जाइए। ਉਹਨੂੰ ਲੈ ਕੇ ਆ ਗਿਆ। मैं नहीं पैसे वेखे। मैं आण के पुछा मैं फाहद किथे जे? आंदे ने फाहद दिहाड़ी किते गया है। मैं आंदी रही अली वे फाहद किथे? आंदा मैनू पता ही नहीं गा भी। आंदा मैं फाहद नूं ਦਿੱਤਾ ਮੈਂ ਕਰ ਦਿੱਤਾ ਜੇ ਟੋਇਆ ਕੱਢ ਕੇ ਮੈਂ ਨੱਪਦਾ ਮੈਨੂੰ ਲੱਗ ਗਿਆ ਮੈਂ ਤੁਹਾਨੂੰ ਕੱਢ ਕੇ ਦੇਣਾ। ਪੁਲਿਸ ਨੇ ਸਾਡੀ ਮਾਸਾ ਮਦਦ ਨਹੀਂ ਜੇ ਕੀਤੀ। ਅਸੀਂ ਆਪ ਹੀ ਮਨਾਇਆ ਆਪ ਹੀ ਉਹ ਵੀ ਫੜਾਇਆ ਉਹ ਵੀ ਆਪ ਹੀ ਫੜਾਇਆ ਜੇ ਸਾਡੀ ਕਿਸੇ ਕੋਈ ਮਦਦ नहीं ਕੀਤੀ। ਅਸੀਂ ਆਪ ਹੀ ਉਹਦਾ ਤਰਲਾ ਮਿੰਤ ਕੀਤਾ ਆਪ ਹੀ ਉਹਨੂੰ ਵਾਸਤੇ ਪਾਏ ਸਾਨੂੰ ਇੱਕ ਹੀ ਪੁੱਤਰ ਦਾਦੇ ਤੇ ਅਸੀਂ ਛਡਾ ਲਾਂਗੇ। अस्सलाम वालेकुम नाज़रीन, मैं हुमैरा बाइकर लीडर टीवी के साथ। नाज़रीन इस टाइम मैं फ़रोज़वाला में मौजूद हूँ। नाज़रीन भाई शादी के बाद अक्सर जाती है अपनी बहनों के घर उनसे मिलने के लिए। एक ऐसा ही भाई अपनी बहन के घर गया मिलने के लिए लेकिन वापस ना आया। बहनों ने अपने ही साले को बेदर्दी से किया और डंडों से वार किया। करने के बाद उसको अपने ही घर में करके आ दिया। फैमिली से हम बात करते हैं और उनसे पूछते हैं कि सारा जो वाक़या वो किस तरह पेश आया। नाज़रीन इस टाइम मैं उस बच्चे की फैमिली के साथ मौजूद हूँ और मेरे साथ वो बेबस और मजबूर माँ मौजूद है जिसका फूल से बच्चे को बेदर्दी से करके कर दिया गया। माँ जी से हम बात करते हैं उनसे पूछते हैं कि आखिर ऐसा क्यों किया। अस्सलाम वालेकुम माँ जी। वालेकुम सलाम। माँ जी की होया बच्चे नूं? बच्चे नूं कुछ नहीं होया। कुछ नहीं होया। बच्चे नूं नहीं किसी नाल लड़िया नहीं किसी नाल बोलिया। असीं मरीज के गए सां रात असीं उत्थे रह। बच्चे का नाम की है? फाहद अली। कितनी उम्र बच्चे की? बच्चे दी 18 साल। 18 साल उम्र है बच्चे हाँ जी 18 साल। 2 महीने घट सन। 2 महीने घट सन 18 सालां च। अच्छा ਅਸੀਂ ਉਹਨੂੰ ਇਹਨਾਂ ਕੰਮ ਤੇ ਵੀ ਨਹੀਂ ਸੀ ਜਾਂਦੇ। ਸੋਹਣਾ ਮੇਰਾ ਤਿੰਨਾਂ ਬੱਚੀਆਂ ਤੋਂ ਮੇਰਾ ਬੇਟਾ ਹੋਇਆ ਸੀ। ਤਿੰਨਾਂ ਬੇਟੀਆਂ ਤੋਂ ਹੋਇਆ ਸੀ। ਮੈਂ ਬੜਾ ਲਾਡਲਾ ਰੱਖਿਆ ਸੀ। ਮੈਂ ਬੜਾ ਲਾਡਲਾ ਸੀ। ਉਹਨੇ बच्चे ने ਤੁਹਾਡੇ? 3 ਬੱਚੇ ਨੇ। 5 ਬੱਚੇ। ਇੱਕ ਬੱਚੀ ਮੇਰੀ ਸਾਈ ਲੋਕਣੀ ਉਹ ਹਰੇ ਪਈ ਵੇਖੀ ਉਹਨੇ ਤੁਸੀਂ ਅੰਦਰ ਮੰਜੀ ਤੇ ਲੰਮੇ ਪਈ ਸੀ ਦੁਕਾਨ 'ਚ। ਅੱਬੂ ਵੀ ਕੋਨੀ ਇਹਦਾ ਸਿਰ ਤੇ ਉਹਨੂੰ 6-7 ਸਾਲ ਹੋ ਗਏ ਨੇ। ਮੈਂ ਕਮਾਉਣੀ ਆ ਤੇ ਮੈਂ ਖਾਣੀ। ਅਸੀਂ ਦੋਵੇਂ ਮਾਂ ਪੁੱਤ ਕੰਮ ਤੇ ਮਿਲ ਚ ਲੱਗੇ ਰਹਿ। ਇਹ ਵੀ ਸ਼ਾਦੀ ਕੀਤੀ ਉਹ ਵੀ ਉਹਦਾ ਬੱਚਾ ਇੱਕ ਉਹਦੀ ਵੀ ਸ਼ਾਦੀ ਕੀਤੀ। ਮਸਲਾ ਕੀ ਹੋਇਆ ਸੀ ਕਿ ਕਿ ਪਤਾ ਨਹੀਂ ਸਾਡੇ ਨਾਲ ਨਾ ਲੜਿਆ ਨਾ ਬੋਲਿਆ। ਸਾਡੇ ਨਾਲ ਉਹਨੇ ਕੋਈ ਗੱਲ ਨਹੀਂ ਕੀਤੀ। ਬਹਾਨਾ ਦੇ ਨਾਲ ਲੈ ਕੇ ਮੈਂ ਕੰਮ ਤੇ ਇਹਨੂੰ ਲਵਾਉਣਾ। ਆਪਣੇ ਰਿਸ਼ਤੇਦਾਰ ਸੀ? ਨਹੀਂ ਉਹ ਬੜੇ ਕਿਸੇ ਨੇ ਸਾਨੂੰ ਕਿਸੇ ਨੇ ਕਰਵਾਇਆ ਸੀ ਰਿਸ਼ਤਾ। ਸਾਨੂੰ ਤੇ ਬੱਚੇ ਨਾਲ ਕੀ ਦੁਸ਼ਮਣੀ ਸੀ? ਤੁਹਾਡੇ ਨਾਲ ਕੀ ਦੁਸ਼ਮਣੀ? ਕੋਈ ਦੁਸ਼ਮਣੀ ਨਹੀਂ ਸੀ ਹੈ ਵੀ ਕੋਈ ਦੁਸ਼ਮਣੀ ਨਹੀਂ ਸੀ ਹੈ ਸੀ। ਮੈਂ ਪੈਸੇ ਲਿਆਂਦੇ ਸਨ ਕਢਾ ਕੇ ਕਿਸ਼ਤਾਂ ਤੇ 3.5 ਲੱਖ ਰੁਪਈਆ। ਅਸੀਂ ਘਰ ਕੋਲ ਨਹੀਂ ਸੀ। ਮੇਰੇ ਬੱਚੇ ਨੂੰ ਉਂਗਲ ਲਾਈ ਸੂ ਫਿਰ ਪੈਸੇ ਮੈਂ ਫੋਨ ਕੀਤਾ ਤੇ ਫਲਾਣੇ ਥਾਂ ਤੇ ਪੈਸੇ ਪਏ ਨੇ ਤੇ ਲੈ ਜਾਈਏ। ਉਹਨੂੰ ਲੈ ਕੇ ਆ ਗਿਆ। ਮੈਂ ਨਹੀਂ ਪੈਸੇ ਵੇਖੇ। ਪੈਸੇ ਵੇਖੇ ਨਹੀਂ। ਮੈਂ ਆਈ ਆ ਘਰੋਂ 9 ਵਜੇ। ਮੈਂ ਉੱਥੋਂ ਮਰੀਦ ਕਾ ਤੋਂ ਮੈਂ ਆਈ ਆ। ਮੇਰੀ ਬੱਚੀ ਮੇਰੇ ਨਾਲ ਅਸੀਂ ਦੋਵੇਂ ਮਾਵਾਂ ਧੀਆਂ ਰਾਤ ਨਹੀਂ ਆ ਉੱਥੇ। ਮੈਂ ਸਵੇਰ ਨੂੰ ਆਈ ਆ। ਮੈਂ ਆਣ ਕੇ ਪੁੱਛਿਆ ਮੈਂ ਫਾਹਦ ਕਿੱਥੇ ਜੇ? ਆਂਦੇ ਨੇ ਫਾਹਦ ਦਿਹਾੜੀ ਕਿਤੇ ਗਿਆ ਹੈ। ਪੈਸੇ ਘਰ ਪੈਸੇ ਕਰੋ ਪੈਸੇ ਚੁੱਕ ਕੇ ਲੈ ਗਏ ਨੇ? ਹਾਂਜੀ ਨਾਲ ਪੈਸੇ ਵੀ ਲੈ ਗਿਆ 3.5 ਲੱਖ। ਬੇਟੇ ਨੂੰ ਛੋਟੇ ਨੂੰ ਪਤਾ ਸੀ? ਹਾਂਜੀ ਉਹਨੇ ਕਦੋਂ ਪੈਸਾ ਨਹੀਂ ਸੀ ਘਰੋਂ ਚੋਰੀ ਕੀਤਾ ਨਾ ਉਹਨੇ। ਉਹਨੂੰ ਪਤਾ ਲੱਗ ਗਿਆ ਫਾਹਦ ਨੂੰ ਮੈਨੂੰ ਪਤਾ ਲੱਗ ਗਿਆ। ਇਹਨੂੰ ਨਾਲ ਫਿਰ ਲੈ ਆਇਆ। ਬੱਚੇ ਨੇ ਦੇਖ ਲਿਆ ਸੀ ਕਿ ਹਾਂਜੀ ਉਹਨੂੰ ਨਾਲ ਹੀ ਲੈ ਆਇਆ। ਉਹਨੂੰ ਲਿਆ ਕੇ ਇੱਥੇ ਅਸੀਂ ਸਾਡੇ ਇਹਨੂੰ ਛੱਡ ਕੇ ਇੱਥੇ ਫਿਰ ਸਾਡੇ ਕੋਲ ਚਲਾ ਗਿਆ। ਰਾਤ ਦੇ 1 ਵਜੇ ਮੈਂ ਲੱਭਦੀ ਫਿਰੀ ਆ। ਰਾਤ ਦੇ 12 ਵਜੇ ਤੱਕ ਸਾਡੇ ਨਾਲ ਲੰਘਾਉਂਦਾ ਰਿਹਾ ਏ। ਸਾਨੂੰ ਨਹੀਂ ਸੀ ਦੱਸਿਆ। ਮੈਂ ਆਂਦੀ ਰਹੀ ਵੀ ਅਲੀ ਵੇ ਫਾਹਦ ਕਿੱਥੇ ਹੀ? ਆਂਦਾ ਮੈਨੂੰ ਪਤਾ ਹੀ ਨਹੀਂ ਗਾ ਵੀ ਮੈਨੂੰ ਪਤਾ ਹੀ ਨਹੀਂ ਗਾ। ਫਿਰ ਪਤਾ ਚੱਲਿਆ ਮੈਂ ਕਿਤੇ ਗਈ ਆ ਕਿਸੇ ਸਿਆਣੇ ਕੋਲ ਦਮ ਝਾੜੇ ਵਾਲੇ ਕੋਲ। ਉਹਨਾਂ ਆਖਿਆ ਜਿਹੜੇ ਇਹਦੇ ਯਾਰ ਦੋਸਤ ਨੇ ਨਾ ਉਹਨਾਂ ਸਾਰਿਆਂ ਦੇ ਨਾਲ ਹਾ। ਮੈਂ ਸਾਰੇ ਦੇ ਨਾਲ ਹਾਏ ਇਹ ਵਿੱਚ ਨਾ ਇਹਦਾ ਬੋਲ ਪਿਆ। ਇਹਨਾਂ ਆਖਿਆ ਅਲੀ ਕੋਲ ਜੇ ਬੱਚਾ ਤੁਹਾਡਾ। ਉਹਨਾਂ ਆਖਿਆ ਅਲੀ ਉਹਨਾਂ ਨੇ ਪੁੱਛਿਆ ਉਹਨਾਂ ਨੇ ਪੜ੍ਹਾਈ ਕੀਤੀ ਕਰਕੇ ਉਹਨਾਂ ਵੇਖਿਆ। ਉਹਨਾਂ ਕਿਹਾ ਅਲੀ ਕੀ ਲੱਗਦਾ ਜੇ? ਮੈਂ ਕਿਹਾ ਮੇਰਾ ਜਵਾਈ ਆ। ਉਹਨਾਂ ਕਿਹਾ ਅਲੀ ਕੋਲ ਜੀ? ਮੈਂ ਕਿਹਾ ਨਹੀਂ ਅਲੀ ਕੋਲ ਬੱਚਾ। ਉਹਨਾਂ ਕਿਹਾ ਉਹਨਾਂ ਦੇ ਜੀ ਚੁਕਾ ਦੇ ਸਾਰੇ ਜੀ ਚੁਕਾ ਦੇ ਅਲੀ ਦੇ ਬੱਚਾ ਲੱਭ ਜਾਏਗਾ। ਅਸੀਂ ਆਪ ਫੜਾਇਆ। ਅਸੀਂ ਆਪ ਬੱਚੀ ਅਸੀਂ ਫੋਨ ਕੀਤਾ ਵੀ ਤੇਰੀ ਬੱਚੀ ਬਿਮਾਰ ਹੈ ਅਲੀ ਦੇ ਭਣਵਈਏ ਨੂੰ ਫੋਨ ਕੀਤਾ। ਅਲੀ ਨੇ ਨੰਬਰ ਬੰਦ ਕਰ ਲਿਆ ਬੁੱਧ ਵਾਲੇ ਦਿਨ। ਅਸੀਂ ਕਿਹਾ ਤੇਰੀ ਬੱਚੀ ਮੇਰਾ ਨਾਂ ਕਲਸੂਮ ਮੈਂ ਖਾਲਾ ਹੁੰਦੀ। ਕਿਸ ਤਰ੍ਹਾਂ ਪਤਾ ਚੱਲਿਆ ਸੀ ਕਿ ਬੱਚਿਆਂ ਦੇ ਘਰੋਂ ਦੇ ਭਣਵਈਏ ਨੂੰ ਫੜਿਆ ਸੀ। ਇੱਥੋਂ ਰਾਣਾ ਟਾਊਨ ਭਣਵਈਆ ਜਾਣ ਡਿਆ ਸੀ ਕਾਰ 'ਚ। ਅਸੀਂ ਉਹਨੂੰ ਭਣਵਈਏ ਨੂੰ ਫੜਿਆ। ਭਣਵਈਏ ਨੂੰ ਫੜ ਕੇ ਜਾ ਕੇ ਅਸੀਂ ਆਪ ਹੀ ਉਹਨੂੰ ਦੇਤਾ ਥਾਣੇ ਦੇ ਕੇ ਆਏ ਹਾਂ। ਉਹਨਾਂ 2 ਦਿਨ 3 ਦਿਨ ਰੱਖਿਆ ਥਾਣੇ ਵਾਲਿਆਂ ਕੋਲ। ਥਾਣੇ ਵਾਲਾ ਕੋਈ ਐਕਸ਼ਨ ਨਹੀਂ ਲਿਆ।
ਫਿਰ ਜਾ ਕੇ ਅਲੀ ਸਾਨੂੰ ਲੱਭੋ, ਉਹਨਾਂ ਨੇ ਆਖਿਆ ਪਤਾ ਨਹੀਂ ਉਹਨੂੰ ਅੱਜ ਪਾਇਆ ਜਿਵੇਂ ਉਹਨਾਂ ਦੇ ਘਰ ਪ੍ਰਾਹੁਣਾ ਆਇਆ, ਉਹਨਾਂ ਦਾ ਭੈਣਾਂ ਦਾ ਯਾਰ ਹੈ ਜਿਹੜਾ ਪਾਇਆ ਨੇ ਇੰਜ, ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਫਿਰ ਅਲੀ ਦੇ ਜਿਹੜਾ ਦਾ ਭਣਵਈਏ ਦੇ ਭਰਾ ਨੇ ਉਹਨਾਂ ਨੇ ਫਿਰ ਜਾ ਕੇ ਅਲੀ ਨੂੰ ਲਿਆਂਦਾ ਫੜ ਕੇ, ਪਤਾ ਨਹੀਂ ਕਿੱਥੋਂ ਲਿਆ ਨਹੀਂ ਕਿੱਥੋਂ, ਉਹਨਾਂ ਨੇ ਲਿਆ ਕੇ ਅਲੀ ਨੂੰ ਫੜਾਇਆ। ਅਲੀ ਇੱਕ ਰਾਤ ਉੱਥੇ ਰਿਹਾ ਆ, ਰਾਤ ਗਿਆ ਜਦੋਂ ਫੜੀ ਚ ਅਸੀਂ ਉਸੇ ਟਾਈਮ ਜਾ ਕੇ ਤਰਲਾ ਮਿੰਤ ਕੀਤੀ ਹੈ ਗਲੀ ਦੱਸਦੇ ਜੇ ਪੁੱਤਰ ਰੱਖਿਆ ਹੀ ਕਿਤੇ ਵੀ, ਜੋ ਵੀ ਤੂੰ ਦੱਸਦੇ ਜਿਵੇਂ ਆਨਾ ਸੀ ਉਵੇਂ ਕਰ ਲਾਂਗੇ, ਤੂੰ ਸਾਨੂੰ ਸਾਡਾ ਪੁੱਤਰ ਦੇ ਦੇ ਜਾਂ ਦੱਸ ਦੇ। ਆਂਦਾ ਮੈਨੂੰ ਪਤਾ ਹੀ ਨਹੀਂ, ਮੈਨੂੰ ਪਤਾ ਹੀ ਨਹੀਂ। ਫਿਰ ਕੱਲ ਫਿਰ ਅਸੀਂ ਗਏ ਆ, ਕੱਲ ਮੇਰੀ ਭੈਣ ਮੈਂ ਮੇਰਾ ਨਾਲ ਮੇਰੀ ਭਰਜਾਈ ਅਸੀਂ ਗਏ, ਫਿਰ ਜਾ ਕੇ ਨਾਲ ਇਹਦਾ ਪੁੱਤਰ ਬਣਿਆ ਕਿ ਸਾਡਾ ਭਰਾ ਬਣਿਆ। ਉਹ ਆਂਦਾ ਮਾਂ ਜੀ ਚਲੋ ਮੈਂ ਤੁਹਾਡੇ ਨਾਲ ਫਿਰ ਜਾਣਾ। ਫਿਰ ਅਸੀਂ ਗਏ, ਜਾ ਕੇ ਇਹਨੇ ਤਰਲਾ ਕੀਤਾ, ਅਲੀ ਤੈਨੂੰ ਅੱਲਾ ਦਾ ਵਾਸਤਾ ਹੀ ਮੈਨੂੰ ਦੱਸ ਦੇ ਮੇਰਾ ਪੁੱਤਰ ਕਿੱਥੇ ਆ, ਵੇ ਅਲੀ ਦੱਸ ਦੇ ਮੇਰਾ ਪੁੱਤਰ ਕਿੱਥੇ ਹੀ। ਫਿਰ ਉਹਨੇ ਉਹ ਭਾਈ ਸੀ ਜਿਹੜੇ ਨਾਲ ਸਾਡਾ ਭਰਾ ਬਣਿਆ, ਉਹਨੇ ਆਖਿਆ ਅਲੀ ਯਾਰ ਦੱਸ ਦੇ ਕਿੱਥੇ ਹੀ। ਉਹਨੇ ਫਿਰ ਗਾਲਾਂ ਕੱਢੀਆਂ ਇਹਨੂੰ। ਫਿਰ ਉਹਨੇ ਆਖਿਆ ਆਂਦਾ ਮਾਂ ਜੀ ਨੂੰ ਆਖੋ ਜਰਾ ਸਿਆਰਤੀ ਹੋਵੇ। ਮਾਂ ਜੀ ਫਿਰ ਥੋੜੀ ਜਿਹੀ ਇੰਝ ਹੋ ਗਈ ਹੈ, ਆਂਦਾ ਮੈਂ ਫਾਦਰ ਨੂੰ ਦਿੱਤਾ, ਮੈਂ ਕਰ ਦਿੱਤਾ ਜੇ। ਤੇ ਉਹਨੇ ਆਖਿਆ ਕਿੱਥੇ, ਆਂਦਾ ਮੈਨੂੰ ਮਾਰ ਕੇ ਤੇ ਮੈਂ ਘਰ ਟੋਇਆ ਕੱਢ ਕੇ ਮੈਂ ਨੱਪਦਾ, ਮੈਨੂੰ ਲੱਗ ਗਿਆ ਮੈਂ ਤੁਹਾਨੂੰ ਕੱਢ ਕੇ ਦੇਣਾ। ਫਿਰ ਆਪੀ ਮੰਨਿਆ। ਸਾਨੂੰ ਪੁਲਿਸ ਨੇ ਸਾਡੀ ਮਾਸਾ ਮਦਦ ਨਹੀਂ ਜੇ ਕੀਤੀ, ਪਤਾ ਨਹੀਂ ਪੁਲਿਸ ਨੇ ਕਿਉਂ ਨਹੀਂ ਮਦਦ ਕੀਤੀ, ਕਿਉਂ ਨਹੀਂ, ਸਾਨੂੰ ਨਹੀਂ ਜੇ ਪਤਾ। ਅਸੀਂ ਆਪੇ ਹੀ ਮਨਾਇਆ, ਆਪੇ ਹੀ ਉਹ ਵੀ ਫੜਾਇਆ, ਉਹ ਵੀ ਆਪੀ ਫੜਾਇਆ ਜੇ, ਸਾਡੀ ਕਿਸੇ ਕੋਈ ਮਦਦ ਨਹੀਂ ਕੀਤੀ। ਭਣਵਈਏ ਨੂੰ ਮੈਂ ਫੜਿਆ ਇੱਥੋਂ, ਅਸਾਂ ਰਾਂਡਰ ਮੈਂ ਤੇ ਮੇਰੇ ਹਸਬੈਂਡ ਨੇ ਫੜਿਆ। कि अगर पुलिस साथ ना देती, पुलिस ने साथ नहीं दिया, ਨਹੀਂ ਉਹਨੇ ਨਹੀਂ ਦਿੱਤਾ ਸਾਡਾ, ਨਾ ਉਹਨੇ ਕੋਈ बच्चा नहीं मिला। अगर वो खुद ना मानता तो बच्चा नहीं मिलना। ਨਹੀਂ ਫਿਰ ਮਿਲਣਾ ਹੀ ਨਹੀਂ ਸੀ। ਅਸੀਂ ਆਪ ਹੀ ਉਹਦਾ ਤਰਲਾ ਮਿੰਤ ਕੀਤਾ, ਆਪ ਹੀ ਉਹਨੂੰ ਵਾਸਤੇ ਪਾਏ, ਸਾਨੂੰ ਇੱਕ ਵਾਰੀ ਪੁੱਤਰ ਦੱਸ ਦੇ ਤੈਨੂੰ ਅਸੀਂ ਛਡਾ ਲਾਂਗੇ। ਫਿਰ ਆਂਦਾ ਮੈਨੂੰ ਛਡਾ ਲੋਗੇ, ਮੈਨੂੰ ਕਰ ਲੋਗੇ। ਅਸੀਂ ਆਖਿਆ ਹਾਂ ਛਡਾ ਲਾਂਗੇ ਅਸੀਂ ਤੈਨੂੰ। आपका शोहर था वो जी। क्या कहेंगे? एक तरफ आपके भाई का हुआ है, दूसरी तरफ आपके शोहर ने किया है, क्या कहेंगे आप? मेरा शोहर नहीं है अब, बस उसे इसी खड्डे में दफनाना चाहिए, जैसे उसने मेरे भाई के साथ किया है ऐसे ही उसे करना चाहिए। सज़ा मिलनी चाहिए, मुझे इंसाफ चाहिए, मेरे भाई ਦਾ ਹੁਕਮ ਮਿਲੇ, ਉਹਨੂੰ ਫਾਂਸੀ ਦਾ ਹੁਕਮ ਮਿਲੇ ਬਸ। ਆਮ ਟੰਗੋ ਮੇਰੇ ਪੁੱਤਰ ਨਾਲ ਜ਼ਿਆਦਤੀਆਂ ਕੀਤੀਆਂ ਉਹਨੇ, ਬੰਦੇ ਮੁੰਡਿਆਂ ਸੱਦ ਕੇ ਮੇਰੇ ਪੁੱਤਰ ਨਾਲ ਜ਼ਿਆਦਤੀ ਨਾਲ ਉਹਨਾਂ ਦੱਸਿਆ ਮੈਂ बच्चे ने मारा किस तरह से? ਉਹਨੇ ਮਾਰਿਆ। ਆਂਦਾ ਉੱਥੇ ਪੁਲਿਸ ਵਾਲਿਆਂ ਨੂੰ ਦੱਸਦਾ ਸੀ ਇਹ ਜਦੋਂ ਲਾਸ਼ ਕਰ ਮੈਂ ਵਾਸਤੇ ਮੇਰੇ ਅੱਗੇ ਪਾਉਂਦਾ ਸੀ ਫਾਹਦ, ਆਪੀ ਦੱਸਦਾ। ਆਂਦਾ ਭਾਈ ਆਂਦਾ ਭਾਈ ਮੈਨੂੰ ਛੱਡ ਦੇ, ਮੈਂ ਤੇਰਾ ਕੋਈ ਨਹੀਂ ਗੁਨਾਹ ਕੀਤਾ। ਨਹੀਂ ਕੀਤਾ। ਇਹ ਲੈਂਦਾ ਸੀ ਕੱਲ ਜਦੋਂ ਉੱਥੇ ਲਿਆ ਕੇ ਇਹਨਾਂ ਨੇ ਥਾਣੇ ਵਾਲਿਆਂ ਨੇ ਇੱਥੋਂ ਲੈ ਕੇ ਕੱਢ ਕੇ, ਫਿਰ ਉਹਨੂੰ ਪੁੱਛਣ ਦੇ ਥਾਣੇ ਵਾਲੇ ਦੱਸ ਕਿਵੇਂ ਮਾਰਿਆ ਜੀ। ਫਿਰ ਉਹਨੂੰ ਪੁੱਛਿਆ ਥਾਣੇ ਵਾਲਿਆਂ ਨੇ ਕਿਵੇਂ ਮਾਰਿਆ ਜੀ। ਆਂਦਾ ਮੈਂ ਉਹਨੂੰ ਬੰਨਿਆ, ਪਹਿਲੋਂ ਬੰਨ ਕੇ ਫਿਰ ਉਹਨੂੰ ਮੈਂ ਨਸ਼ਾ ਦਿੱਤਾ ਆ, ਨਸ਼ਾ ਦੇ ਕੇ ਫਿਰ ਉਹਨੂੰ ਮੈਂ ਪਿਆ। ਪਹਿਲੋਂ ਅਬਲ ਆਂਦਾ ਹੁੰਦੇ ਨਾ ਮੈਂ ਨਜਾਇਜ਼ ਫਾਇਦਾ ਹੁੰਦਾ ਚੁੱਕਿਆ, ਜ਼ਿਆਦਤੀਆਂ ਕੀਤੀਆਂ ਮੇਰੇ ਬੱਚੇ ਨਾਲ, ਮੈਂ ਬੜੀ ਕੀਤੀ ਹੈ। ਮੈਂ ਅਸਾਂ ਨਾਲ ਮੇਰੇ 2-3 ਮੁੰਡੇ ਸਨ ਜਿਨ੍ਹਾਂ ਦੀਆਂ ਕੀਤੀਆਂ ਬੱਚੇ ਨਾਲ, ਮੇਰੇ ਪੁੱਤਰ ਨਾਲ ਬੜੀਆਂ ਉਹਨੇ ਕੀਤੀਆਂ ਨੇ, ਮੇਰੇ ਪੁੱਤਰ ਨਾਲ ਬੜੀਆਂ ਕੀਤੀਆਂ ਕੰਜਰ ਨੇ। भी की थी, फिर बच्चे ने छुरियां चाकू ना मारे, ਛੁਰੀਆਂ ਚਾਕੀਆਂ ਨਾਲ ਮਾਰਿਆ। ਮੇਰੇ ਪੁੱਤਰ ਵੇਖਣ ਵਾਲਾ ਉਹਦੀ ਸ਼ਕਲ ਸਾਨੂੰ ਕੱਲ ਚਿਹਰਾ ਨਹੀਂ ਸੀ ਵੇਖਿਆ। ਵਹਾਇਆ ਵੀ ਨਸੀਬ ਨੇ ਪੁੱਤਰ ਦਾ ਆ 8 ਦਿਨ, ਅੱਜ ਨਾ 10ਵਾਂ ਦਿਨ ਆ, ਅਸੀਂ ਪੁੱਤਰ ਦਾ ਸ਼ਕਲ ਨਹੀਂ ਵੇਖੀ। ਮੇਰਾ ਪੁੱਤਰ ਸੀ, मैं ਪੁੱਤ ਬਣਾਇਆ ਸੀ। नाज़रीन ये वो जगह है जहाँ पर उस मासूम बच्चे को दफनाया गया है और 8 दिन तक बच्चा जो है इस खड्डे में मौजूद था, लेकिन यहाँ पर कोई किसी ने आकर नहीं देखा। वो शख्स खुद ही माना है और उसने खुद ही बताया कि यहाँ पर मैंने बच्चे को दफनाया गया। ये यहाँ पर खड़े होना बड़ा मुश्किल है मेरे, यहाँ पर इतनी ज़्यादा स्मेल आ रही है, मेरे पास अभी अल्फाज भी ख़त्म है, मैं क्या बोलूँ। तो मैं यही कहूँगी आइए पंजाब को और यहाँ के मुतलका थाने जो भी है उनसे मैं यही कहना चाहूँगी इस बच्चे को इंसाफ दिलाया जाए, इस फैमिली को इंसाफ दिलाया जाए, ताकि आइंदा आने वाले जो लोग हैं उनको भी सबक मिलना चाहिए कि किसी के साथ इस तरह करते हैं तो उसका अंजाम क्या होता है।